कि मेरे ते कातलाना हमला होया, मेनू मारन की नीत नाल तेजधार हथियारों नाल हमला किया गया। कितने लोग आए? 2 लोग सीगे जी, तेजधार हथियार सी। हमले का कारण ये सी कि जगराओं हलके दे विच बीबी जिहड़े सरजीत कौर माणूके ने विधायक ने इत्थों दे, उन्हां दे विच जिहड़ी आप दी फौट आ वो जगजार हुंदी जा रही आ। ਤੁਸੀਂ जग ਜ਼ਾਹਰ ਉਹ ਜੀ ਹਾਂ, ਉਸ ਨੂੰ ਜਗਜ਼ਾਰ ਕੀਤਾ ਜੀ। ਜਿਸ ਕੀ ਤੁਹਾਨੂੰ ਪਹਿਲਾਂ ਕੋਈ ਧਮਕੀ ਉਹਨਾਂ ਦੇ ਵੱਲੋਂ ਦਿੱਤੀ ਗਈ ਸੀ ਜਾਂ ਉਹਨਾਂ ਦੇ ਕਿਸੇ ਕਰਿੰਦੇ ਦੇ ਵੱਲੋਂ? ਜੀ ਬਿਲਕੁਲ ਜੀ, ਉਹਦੇ ਵੱਲ ਜਿਹੜੇ ਬੀਬੀ ਸਰਬਜੀਤ ਕੌਰ ਮਾਣੂਕੇ ਦੇ ਪਤੀ ਦੇਵ ਨੇ ਸੁਖਵਿੰਦਰ ਸਿੰਘ ਉਰਫ ਸੁਖੀ, ਉਹਨਾਂ ਵੱਲੋਂ 1 ਮਹੀਨਾ ਪਹਿਲਾਂ ਮੈਨੂੰ ਧਮਕੀ ਦਿੱਤੀ ਗਈ ਸੀ। ਧਮਕੀ ਦਾ ਕਾਰਨ ਇਹ ਸੀ ਕਿ 1 ਮਹੀਨਾ ਪਹਿਲਾਂ ਸ਼ਾਇਦ ਤੁਹਾਡੇ ਧਿਆਨ ਦੇ ਵਿੱਚ ਵੀ ਹੋਇਆ, ਇੱਕ ਨਰਸਰੀ ਦੇ ਬੂਟਿਆਂ ਨੂੰ ਲੈ ਕੇ ਮੈਂ ਸਟੋਰੀ ਜਨਤਕ ਕੀਤੀ ਸੀ ਜੀ। ਤੇ ਕੋਲੇ ਪੁਖਤਾ ਸਬੂਤ ਵੀਡੀਓ ਜੋ ਵੀ ਹੈਗੀਆਂ ਨੇ, ਸਾਰਾ ਕੁਝ ਤੱਥ ਹੈਗੇ ਨੇ ਆਪਣੇ ਕੋਲੇ। ਤੇ ਜਦੋਂ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਆਹ ਸਟੋਰੀ ਆ ਪੱਖ ਲੈਣਾ, ਮੈਨੂੰ ਕਹਿੰਦੇ ਤੂੰ ਸਾਡੇ ਖਿਲਾਫ ਲਿਖਣਾ ਬੰਦ ਕਰ ਦੇ, ਨਹੀਂ ਤੇਰੀ ਆਵਾਜ਼ ਨੂੰ ਅਸੀਂ ਬੰਦ ਕਰ ਦਿਆਂਗੇ, ਸਾਨੂੰ ਖਾਮੋਸ਼ ਕਰਨੀ ਆਉਂਦੀ ਆ ਕਿਵੇਂ ਕਰੀਦੀ ਹੁੰਦੀ। ਪੱਤਰਕਾਰੀ ਕਦੇ ਵੀ ਸੇਫ ਨਹੀਂ ਹੋ ਸਕਦੀ, ਤਾਂ ਸੇਫ ਨਹੀਂ ਹੋ ਸਕਦੀ ਜੀ ਕਿਉਂਕਿ ਜਦ ਤੱਕ ਇਦਾਂ ਦੀ ਗੁੰਡਾਗਰਦੀ ਦੇ ਸੋਚ ਰੱਖਣ ਵਾਲੇ ਵਿਧਾਇਕ ਸਾਡੇ ਸਿਰ ਤੇ ਬੈਠੇ ਰਹਿਣਗੇ, ਅਸੀਂ ਉਹਨਾਂ ਨੂੰ ਚੁਣਦੇ ਰਵਾਂਗੇ, ਅਸੀਂ ਕਦੇ ਸੇਫ ਨਹੀਂ ਹੋ ਸਕਦੇ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਬੀਤੇ ਕੁਝ ਦਿਨਾਂ ਤੋਂ ਤੁਸੀਂ ਲਗਾਤਾਰ ਦੇਖ ਰਹੇ ਹੋਵੋਗੇ ਕਿ ਬਹੁਤ ਸਾਰੇ ਪੱਤਰਕਾਰਾਂ ਦੇ ਉੱਪਰ ਕਾਰਵਾਈਆਂ ਹੋ ਰਹੀਆਂ ਨੇ। ਇੱਥੋਂ ਤੱਕ ਕਿ ਅੱਜ ਇੱਕ ਪੱਤਰਕਾਰ ਦੇ ਉੱਪਰ ਜਗਰਾਉਂ ਦੇ ਵਿੱਚ ਹਮਲਾ ਵੀ ਹੋਇਆ ਹੈ। ਵਿਰਕ ਸਾਹਿਬ ਸਾਡੇ ਨਾਲ ਮੌਜੂਦ ਨੇ, ਜਗਰਾਉਂ ਤੋਂ ਪੱਤਰਕਾਰੀ ਕਰਦੇ ਨੇ, 20 ਸਾਲ ਦਾ ਲੰਬਾ ਇਹਨਾਂ ਦਾ ਕੈਰੀਅਰ ਹੈ। ਹਮਲਾ ਕਿਵੇਂ ਹੋਇਆ, ਕਿਸ ਤੇ ਇਲਜ਼ਾਮ ਲਾ ਰਹੇ ਨੇ, ਕਿਸ ਤੇ ਇਹਨਾਂ ਨੂੰ ਸ਼ੱਕ ਹੈ ਕਿਹਦੇ ਤੇ, ਉਹ ਸਾਰਾ ਸੁਣਦੇ ਆ। ਵਿਰਕ ਸਾਹਿਬ ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਇਹ ਜ਼ਰੂਰ ਦੱਸ ਦਿਓ ਕਿ ਤੁਹਾਡੇ ਤੇ ਕਦੋਂ ਕਿਵੇਂ ਹਮਲਾ ਹੋਇਆ? ਮੇਰੇ ਤੇ ਜੀ ਅੱਜ ਲਗਭਗ 9:30 ਦੇ ਕਰੀਬ ਹਮਲਾ ਹੋਇਆ ਜੀ। ਤੇ ਹਮਲੇ ਦਾ ਕਾਰਨ ਇਹ ਸੀ ਕਿ ਬੀਤੇ ਸਾਡੇ ਜਗਰਾਉਂ ਹਲਕੇ ਦੇ ਵਿੱਚ ਬੀਬੀ ਜਿਹੜੇ ਸਰਬਜੀਤ ਕੌਰ ਮਾਣੂਕੇ ਨੇ ਵਿਧਾਇਕ ਨੇ ਇੱਥੋਂ ਦੇ, ਉਹਨਾਂ ਦੇ ਵਿੱਚ ਜਿਹੜੀ ਆਪ ਦੀ ਫੌਟ ਆ ਉਹ ਜਗਜ਼ਾਰ ਹੁੰਦੀ ਜਾ ਰਹੀ ਆ। ਤੁਸੀਂ ਜਗ ਜ਼ਾਹਰ ਕੀਤੀ? ਜੀ ਹਾਂ, ਉਸ ਨੂੰ ਜਗਜ਼ਾਰ ਕੀਤਾ ਜੀ, ਜਿਸ ਦਾ ਖਮਿਆਜਾ ਭੁਗਤਣਾ ਮੈਨੂੰ ਅੱਜ ਮੈਂ ਇਹ ਪਿਆ ਕਿ ਮੇਰੇ ਤੇ ਕਾਤਲਾਨਾ ਹਮਲਾ ਹੋਇਆ, ਮੈਨੂੰ ਮਾਰਨ ਦੀ ਨੀਤ ਨਾਲ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਕਿੰਨੇ ਲੋਕ ਆਏ? 2 ਲੋਕ ਸੀਗੇ ਜੀ, ਤੇਜ਼ਧਾਰ ਹਥਿਆਰ ਸੀ। ਉਹ ਤਾਂ ਕਰਮ ਚੰਗੇ ਸੀਗੇ, ਮੈਂ ਕੁਦਰਤ ਨੇ ਬਚਾ ਲਿਆ ਜੀ ਕਿਉਂਕਿ ਮੈਂ ਅਲਰਟ ਸੀਗਾ। ਮੈਂ ਅਲਰਟ ਹੋ ਗਿਆ ਜਦੋਂ ਮੈਂ ਦੇਖਿਆ ਉਹਨਾਂ ਕੋਲੇ ਤੇਜ਼ਧਾਰ ਹਥਿਆਰ। ਮੈਂ ਗੱਡੀ ਲੌਕ ਕਰ ਲਈ ਤੇ ਗੱਡੀ ਭਜਾ ਲਈ। ਉਸ ਤੋਂ ਬਾਅਦ ਜਦੋਂ ਉਹਨਾਂ ਨੇ ਹਮਲਾ ਕੀਤਾ, ਮੈਂ ਆਪਣੀ ਗੱਡੀ ਨੂੰ ਭਜਾ ਕੇ ਨਜ਼ਦੀਕੀ ਪੈਂਦੇ ਥਾਣਾ ਸਦਰ ਦੇ ਵਿੱਚ ਪਹੁੰਚ ਗਿਆ ਕਿਉਂਕਿ ਉਸ ਟਾਈਮ ਮੈਂ ਖੂਨ ਨਾਲ ਲੱਥਪੱਥ ਸੀਗਾ ਜੀ। ਤੇ ਚਲੋ SHO ਸਾਹਿਬ ਨੂੰ ਮੈਂ ਸਾਰੀ ਘਟਨਾ ਦੱਸੀ ਤਾਂ ਮੌਕੇ ਤੇ ਆ ਕੇ ਦੇਖਿਆ, ਚਲੋ ਉਹਨਾਂ ਨੇ ਫਿਰ ਸੰਬੰਧਿਤ ਜਿਹੜੇ SHO ਸੀ ਉਹਨਾਂ ਨੂੰ ਬੁਲਾਇਆ। ਸਿਟੀ ਥਾਣੇ ਦੇ ਜਿਹੜੇ SHO ਸੀ ਉਹ ਮੌਕੇ ਤੇ ਆ ਗਏ ਸੀਗੇ। ਆਉਣ ਤੋਂ ਬਾਅਦ 10 ਵਜੇ ਦੀ ਘਟਨਾ ਜੀ। ਹੁਣ ਦੇਖੋ ਲਗਭਗ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੱਢਿਆ ਵੀ 4-5 ਵੱਜਣ ਲੱਗੇ ਨੇ ਜੀ। ਤੇ ਹੁਣ ਮੁਲਾਜ਼ਮ ਆਏ, ਆ ਕੇ ਮੇਰੇ ਬਿਆਨ ਕਲਮਬੱਧ ਕੀਤੇ। ਪੁਲਿਸ ਪ੍ਰਸ਼ਾਸਨ ਨੇ ਜਦੋਂ ਚੌਥੇ ਥੰਮ ਨਾਲ ਨਹੀਂ ਖੜ ਸਕਦੀ ਤਾਂ ਇੱਥੋਂ ਕਲੀਅਰ ਹੁੰਦਾ ਜੇ ਹੁਣ ਤੱਕ ਬਿਆਨ ਨਹੀਂ ਲੈਣ ਆਏ। ਇੱਥੋਂ ਇਹ ਮੈਂ ਸਪਸ਼ਟ ਕਰਨ ਦੇਣਾ ਚਾਹੁੰਦਾ ਕਿ ਪੋਲੀਟੀਕਲ ਪ੍ਰੈਸ਼ਰ ਕਾਰਨ ਹੀ ਹੁਣ ਤੱਕ ਚੁੱਪ ਰਹੇ। ਤੁਹਾਡਾ ਆਧਾਰ ਕੀ ਹੈ ਉਹਨਾਂ ਤੇ ਇਲਜ਼ਾਮ ਲਾਉਣ ਦਾ ਬੀਬੀ ਮਾਣੂਕੇ ਦੇ ਉੱਪਰ? ਕੀ ਤੁਹਾਨੂੰ ਪਹਿਲਾਂ ਕੋਈ ਧਮਕੀ ਉਹਨਾਂ ਦੇ ਵੱਲੋਂ ਦਿੱਤੀ ਗਈ ਸੀ ਜਾਂ ਉਹਨਾਂ ਦੇ ਕਿਸੇ ਕਰਿੰਦੇ ਦੇ ਵੱਲੋਂ? ਜੀ ਬਿਲਕੁਲ ਜੀ, ਉਹਦੇ ਵੱਲ ਜਿਹੜੇ ਬੀਬੀ ਸਰਬਜੀਤ ਕੌਰ ਮਾਣੂਕੇ ਦੇ ਪਤੀ ਦੇਵ ਨੇ ਸੁਖਵਿੰਦਰ ਸਿੰਘ ਉਰਫ ਸੁਖੀ, ਉਹਨਾਂ ਵੱਲੋਂ 1 ਮਹੀਨਾ ਪਹਿਲਾਂ ਮੈਨੂੰ ਧਮਕੀ ਦਿੱਤੀ ਗਈ ਸੀ। ਧਮਕੀ ਦਾ ਕਾਰਨ ਇਹ ਸੀ ਕਿ 1 ਮਹੀਨਾ ਪਹਿਲਾਂ ਸ਼ਾਇਦ ਤੁਹਾਡੇ ਧਿਆਨ ਦੇ ਵਿੱਚ ਵੀ ਹੋਇਆ, ਇੱਕ ਨਰਸਰੀ ਦੇ ਬੂਟਿਆਂ ਨੂੰ ਲੈ ਕੇ ਮੈਂ ਸਟੋਰੀ ਜਨਤਕ ਕੀਤੀ ਸੀ ਜੀ, ਜਿਹਦੇ ਵਿੱਚ ਮਾਮਲਾ ਇਹ ਸੀ ਕਿ ਬੀਬੀ ਸਰਬਜੀਤ ਕੌਰ ਮਾਣੂਕੇ ਵਿਧਾਇਕ ਨੇ ਜਿਹੜੇ ਉਹ ਆਪਣੀ ਕੋਠੀ ਬਣਾ ਰਹੇ ਨੇ ਤੇ ਉਹਨਾਂ ਨੇ ਬੂਟੇ ਉਹਨਾਂ ਨੂੰ ਚਾਹੀਦੇ ਸੀ। ਉਹਨਾਂ ਨੇ ਇੱਥੋਂ ਜਗਰਾਉਂ ਤੋਂ ਸਿੱਧਵਾਂ ਬਿੱਟ ਰੋਡ ਤੇ ਇੱਕ ਨਰਸਰੀ ਬਣੀ ਹੋਈ ਆ, ਉੱਥੋਂ ਆਪਣੇ ਮੁਲਾਜ਼ਮਾਂ ਨੂੰ ਬੂਟੇ ਲੈਣ ਭੇਜਤਾ। ਜਦੋਂ ਉੱਥੋਂ ਬੂਟੇ ਲੈਣ ਚਲੇ ਗਏ ਤਾਂ ਉਹਨਾਂ ਨੇ ਬੂਟੇ ਗੱਡੀ ਦੇ ਵਿੱਚ ਲੱਦੇ ਤਾਂ ਉਹ ਕਹਿੰਦੇ ਵੀ ਅਸੀਂ ਤਾਂ ਪੈਸੇ ਦੇਣੇ ਨਹੀਂ, ਵੀ ਵਿਧਾਇਕ ਸਾਹਿਬ ਦੇ ਬੂਟੇ ਨੇ। ਸਿੱਧਾ ਸ਼ਰੇਆਮ ਗੁੰਡਾਗਰਦੀ ਜੀ। ਤੇ ਉਹਨਾਂ ਨੇ ਜਦੋਂ ਨਰਸਰੀ ਵਾਲੇ ਵਿਚਾਰੇ ਉਹ ਕਹਿੰਦੇ ਗਰੀਬ ਪਰਿਵਾਰ ਆ ਵੀ ਅਸੀਂ ਨਹੀਂ ਦੇਣੇ, ਉਹਨਾਂ ਨੇ ਬੂਟੇ ਲਹਾ ਲਏ ਜੀ। ਚਲੋ ਮੁਲਾਜ਼ਮਾਂ ਨੇ ਜਾ ਕੇ ਬੀਬੀ ਜੀ ਨੂੰ ਦੱਸਿਆ ਵੀ ਏਦਾਂ ਕਰਕੇ ਆਹ ਗੱਲ ਹੋਈ, ਉਹਨਾਂ ਨੇ ਬੂਟੇ ਨਹੀਂ ਦਿੱਤੇ। ਤੇ ਜਦੋਂ ਇਸ ਤੋਂ ਬਾਅਦ ਬੀਬੀ ਜੀ ਨੇ ਤੈਸ਼ ਦੇ ਵਿੱਚ ਆਇਆਂ ਨੇ ਵਣ ਵਿਭਾਗ ਦੇ ਅਫਸਰਾਂ ਨੂੰ ਭੇਜ ਕੇ ਉਹਨਾਂ ਦੀ ਨਰਸਰੀ ਦੀ ਜਿਹੜੀ ਮੇਨ ਐਂਟਰੀ ਸੀ ਉਹ ਕੰਡਿਆਲੀ ਤਾਰ ਨਾਲ ਬਲੌਕ ਕਰਵਾ ਦਿੱਤੀ। ਹਾਂ, ਉਸ ਤੇ ਕਾਰਵਾਈ ਕਰਵਾਤੀ। ਤੇ ਜਦੋਂ ਤੱਕ ਮੇਰੇ ਧਿਆਨ ਦੇ ਵਿੱਚ ਆਇਆ, ਜਦੋਂ ਅਸੀਂ ਉੱਥੇ ਤੱਕ ਅਸੀਂ ਮੌਕੇ ਤੇ ਗਏ ਤਾਂ ਬਾਕੀ ਉਹਦੇ ਕੰਡਿਆਲੀ ਤਾਰ ਲੱਗੀ ਸੀ। ਮੇਰੇ ਕੋਲੇ ਪੁਖਤਾ ਸਬੂਤ ਵੀਡੀਓ ਜੋ ਵੀ ਹੈਗੀਆਂ ਨੇ, ਸਾਰਾ ਕੁਝ ਤੱਥ ਹੈਗੇ ਨੇ ਆਪਣੇ ਕੋਲੇ। ਤੇ ਮੈਂ ਉਹ ਪਰਿਵਾਰ ਨੂੰ ਪੁੱਛਿਆ, ਨਰਸਰੀ ਵਾਲੇ ਨੂੰ, ਉਹ ਪਹਿਲਾਂ ਤਾਂ ਕੈਮਰੇ ਸਾਹਮਣੇ ਆਉਣ ਤੋਂ ਇਨਕਾਰ ਕਰਤਾ। ਫਿਰ ਮੈਂ ਚਲੋ ਫੋਨ ਆਪਦੀ ਜੇਬ ਦੇ ਵਿੱਚ ਰਿਕਾਰਡਿੰਗ ਪਾ ਲਾ ਕੇ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹ ਮੰਨ ਗਏ। ਮੇਰੇ ਕੋਲ ਰਿਕਾਰਡਿੰਗਾਂ ਪਈਆਂ ਨੇ ਵੀ ਬੀਬੀ ਜੀ ਸਾਡੇ ਕੋਲੋਂ ਧੱਕੇ ਨਾਲ ਬੂਟੇ ਲੈਣ ਆਏ ਸੀ, ਬੀਬੀ ਨੇ ਆਪਦੇ ਬੰਦੇ ਭੇਜੇ ਸੀ। ਚਲੋ ਜਦੋਂ ਮੈਂ ਜਿਸ ਦਿਨ ਉਹ ਖਬਰ ਪ੍ਰਕਾਸ਼ਿਤ ਕੀਤੀ ਸੀ ਉਸ ਦਿਨ ਇਹਨਾਂ ਦਾ ਇੱਕ ਬੀਬੀ ਜੀ ਦਾ ਬਹੁਤ ਹੀ ਨੇੜੇ ਰਹਿਣ ਵਾਲਾ ਸ਼ੁਭਚਿੰਤਕ ਆ ਡਾਕਟਰ ਮਨਦੀਪ ਸਿੰਘ ਸਰਾਂ, ਬਹੁਤ ਨੇੜੇ ਰਹਿਣ ਵਾਲਾ ਬੰਦਾ ਬੀਬੀ ਜੀ ਦੇ।
ਰਸਤੇ ਸਾਨੂੰ ਉਹ ਮਿਲ ਗਿਆ ਸੀਗਾ ਵੀ ਅੱਜ ਸਾਡੇ ਕੋਲੇ ਵੀ ਬੀਬੀ ਜੀ ਦੇ ਖਿਲਾਫ ਸਟੋਰੀ ਆ ਵੀ ਅਸੀਂ ਉਹਨਾਂ ਦੇ ਘਰੇ ਜਾਣਾ, ਪੱਖ ਲੈਣ ਜਾਣਾ ਜੀ। ਜਦੋਂ ਅਸੀਂ ਪੱਖ ਲੈਣ ਪਹੁੰਚੇ, ਮੈਂ ਤੇ ਮੇਰੇ ਨਾਲ ਪੱਤਰਕਾਰ ਸੀਗਾ ਮੇਰਾ ਦੋਸਤ ਭਰਾ, ਜਦੋਂ ਅਸੀਂ ਗਏ ਤਾਂ ਸੁਖਬੀਰ ਜਿਹੜੇ ਉਹਨਾਂ ਦੇ ਹਸਬੈਂਡ ਸੀਗੇ ਉਹ ਬਾਹਰ ਬੈਠੇ ਸੀ, ਬਾਹਰ ਪੋਰਚ ਦੇ ਵਿੱਚ ਬੈਠੇ ਸੀਗੇ, ਬੀਬੀ ਜੀ ਅੰਦਰ ਸੀ, ਬੋਲਦੇ ਸੁਣ ਰਹੇ ਸੀ ਬਿਲਕੁਲ। ਤੇ ਜਦੋਂ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਆਹ ਸਟੋਰੀ ਆ, ਪੱਖ ਲੈਣਾ, ਮੈਨੂੰ ਕਹਿੰਦੇ ਤੂੰ ਸਾਡੇ ਖਿਲਾਫ ਲਿਖਣਾ ਬੰਦ ਕਰ ਦੇ, ਨਹੀਂ ਤੇਰੀ ਆਵਾਜ਼ ਨੂੰ ਅਸੀਂ ਬੰਦ ਕਰ ਦਿਆਂਗੇ, ਸਾਨੂੰ ਖਾਮੋਸ਼ ਕਰਨੀ ਆਉਂਦੀ ਆ, ਕਿਵੇਂ ਕਰੀਦੀ ਹੁੰਦੀ ਇਹ ਪਹਿਲੀ ਧਮਕੀ ਸੀ ਤੁਹਾਡੇ ਕੈਰੀਅਰ ਦੀ ਜਾਂ ਇਸ ਤੋਂ ਪਹਿਲਾਂ ਵੀ ਇਦਾਂ ਹੁੰਦਾ? ਨਹੀਂ ਜੀ, ਨਹੀਂ, ਉਸ ਤੋਂ ਪਹਿਲਾਂ ਕਿੰਨੀਆਂ ਸਰਕਾਰਾਂ ਆਈਆਂ, ਕਿੰਨੀਆਂ ਗਈਆਂ, ਕਿਸੇ ਨੇ ਧਮਕੀ ਨਹੀਂ ਦਿੱਤੀ ਜੀ। ਸਿਰਫ ਜਦੋਂ ਮੈਂ ਬੀਬੀ ਦੇ ਖਿਲਾਫ ਤੱਥਾਂ ਨਾਲ ਲਿਖਣਾ ਸ਼ੁਰੂ ਕਰ ਦਿੱਤਾ ਤਾਂ ਬੀਬੀ ਨੂੰ ਇਹ ਗੱਲ ਹਜਮ ਨਹੀਂ ਆਈ, ਉਸਨੇ ਮੇਰੇ ਖਿਲਾਫ, ਚਲੋ ਇਸ ਤੋਂ ਬਾਅਦ ਜਦੋਂ ਸਟੋਰੀ ਲੱਗਦੀ ਆ ਫਿਰ ਬੀਬੀ ਜੀ ਪੁਲਿਸ ਪ੍ਰਸ਼ਾਸਨ ਦੇ ਸ਼ਾਮ ਨੂੰ ਕਾਊਂਟਰ ਤੇ ਬੈਠਦੀ ਆ, ਉਹਨਾਂ ਦੇ ਪ੍ਰੈਸ਼ਰ ਪਾਇਆ ਜਾਂਦਾ, ਪੋਲੀਟੀਕਲ ਪ੍ਰੈਸ਼ਰ, ਕਿ ਨਸੀਬ ਵਿਰਕ ਤੇ ਬਲਾਤਕਾਰ ਦਾ, ਡੋਡੇ ਦਾ, ਫੀਮ ਦਾ, ਚਿੱਟੇ ਦਾ ਜੋ ਪਰਚਾ ਦਰਜ ਕਰਨਾ ਕਰੋ। ਇਹ ਜਾਣਕਾਰੀ ਤੁਹਾਨੂੰ ਕਿਹਨੇ ਦਿੱਤੀ? ਇਹ ਮੈਨੂੰ ਉੱਥੋਂ ਅੰਦਰੋਂ ਹੀ ਕਿਸੇ ਮੁਲਾਜ਼ਮ ਨੇ ਦੱਸਤਾ, ਮੇਰਾ ਕੋਈ ਭਰੋਸੇਯੋਗ ਸੀਗਾ, ਸੂਤਰ ਕਹਿ ਲਈਏ ਜਿਹਨੂੰ ਆਪਾਂ ਕਹਿੰਦੇ ਹੁੰਦੇ ਆ, ਉਹਨੇ ਮੈਨੂੰ ਦੱਸਿਆ, ਕਹਿੰਦਾ ਵੀ ਨਸੀਬ ਤੇਰੇ ਤੇ ਪਰਚਾ ਦਰਜ ਹੋਣ ਲੱਗਿਆ। ਚਲੋ ਮੈਂ ਉਸੇ ਟਾਈਮ ਐਕਟਿਵ ਹੋਇਆ, ਮੈਂ ਆਪਣੇ ਲਿੰਕ ਦੇ ਬੰਦਿਆਂ ਨਾਲ ਉਹਨਾਂ ਨੂੰ ਟੱਚ 'ਚ ਲਿਆ, ਮੈਂ ਦੱਸਿਆ ਤਾਂ ਚਲੋ ਜਿੰਨੇ ਕੁ ਵੀ ਮੇਰੇ ਭਰਾ ਸੀ ਮੇਰੇ ਨਾਲ, ਉਹਨਾਂ ਨੇ ਸੋਸ਼ਲ ਮੀਡੀਆ ਤੇ ਐਕਟਿਵ ਹੋ ਗਏ, ਉਹਨਾਂ ਨੇ ਪੋਸਟਾਂ ਪਾਉਣੀਆਂ ਸ਼ੁਰੂ ਕਰਤੀਆਂ ਵੀ ਆਹ ਸਟੋਰੀ ਨੂੰ ਲੈ ਕੇ ਬੀਬੀ ਪਰਚਾ ਦਰਜ ਕਰਵਾਉਣ ਲੱਗੀ ਆ। ਤੇ ਚਲੋ ਉੱਥੇ ਜਿਹੜੇ ਪਹਿਲਾਂ ਵੀ ਸਾਡੇ ਐਸਐਸਪੀ ਸਾਹਿਬ ਰਹਿ ਕੇ ਗਏ ਆ, ਬਹੁਤ ਇਮਾਨਦਾਰ ਸੀਗੇ, ਉਹਨਾਂ ਨੇ ਵੀ ਮੇਰਾ ਬਹੁਤ ਡਟ ਕੇ ਸਾਥ ਦਿੱਤਾ। ਉਹਨਾਂ ਨੇ ਬੀਬੀ ਜੀ ਨੂੰ ਸਾਫ਼ ਕਹਿਤਾ, ਕਿਉਂਕਿ ਸੂਤਰਾਂ ਤੋਂ ਮੈਨੂੰ ਪਤਾ ਲੱਗਦਾ ਸੀ ਕੀ ਹੋ ਰਿਹਾ। ਉਹਨਾਂ ਨੇ ਕਹਿਤਾ ਵੀ ਭਾਈ ਅਸੀਂ ਪਰਚਾ ਦਰਜ ਨਹੀਂ ਕਰ ਸਕਦੇ। ਇਹ ਜ਼ਰੂਰ ਦੱਸ ਦਿਓ ਅੰਤ ਦੇ ਵਿੱਚ ਕਿ ਜਿਹੋ ਜਿਹੇ ਮਾਹੌਲ ਨੂੰ ਆਪਾਂ ਦੇਖ ਰਹੇ ਹਾਂ, ਕਦੀ ਵਿਧਾਨ ਸਭਾ ਦੇ ਵਿੱਚ ਇੱਕ ਜਰਨਲਿਸਟ ਦੇ WhatsApp ਸਟੇਟਸ ਤੇ 10 ਮਿੰਟ ਖਰਚ ਦਿੱਤੇ ਜਾਂਦੇ ਨੇ, ਕਰੋੜਾਂ ਦਾ ਇੱਕ ਦਿਨ ਦਾ ਖਰਚਾ ਹੁੰਦਾ ਹੈ ਵਿਧਾਨ ਸਭਾ ਚਲਾਉਣ ਦੇ ਉੱਪਰ। ਇਧਰੋਂ ਰਾਮਪੁਰਾ ਫੂਲ ਦੇ ਵਿਧਾਇਕ ਸਾਹਿਬ ਕਹਿੰਦੇ ਮੇਰੀਆਂ ਭਾਵਨਾਵਾਂ ਆਹਤ ਹੋ ਗਈਆਂ, ਮੈਨੂੰ ਬਦਨਾਮ ਕਰਨ ਦੀ ਨੀਅਤ ਨਾਲ ਮੇਰੀ ਆਡੀਓ ਡਾਕਟਰੇਟ ਕਰਕੇ ਪ੍ਰਕਾਸ਼ਿਤ ਕੀਤੀ ਗਈ। ਹਾਲਾਂਕਿ ਬਹੁਤ ਸਾਰੇ ਲੋਕ ਮੰਨਦੇ ਨੇ ਕਿ ਉਹ ਬਿਲਕੁਲ ਅਸਲੀ ਸੀ, ਨਾਲ ਵਾਲੇ ਵੀ। ਤੇ ਇਹੋ ਇਦਾਂ ਤੁਹਾਡੇ ਤੇ ਹਮਲਾ, ਕੀ ਤੁਸੀਂ ਮੰਨਦੇ ਹੋ ਕਿ ਆਉਣ ਵਾਲੇ 2-4-5 ਮਹੀਨਿਆਂ ਬਾਅਦ ਜਦੋਂ ਤੁਸੀਂ ਇੱਧਰ ਨੂੰ ਨਿਗਾਹ ਮਾਰ ਕੇ ਦੇਖੋਗੇ ਪੱਤਰਕਾਰੀ ਦਾ ਪ੍ਰੋਫੈਸ਼ਨ ਸੇਫ ਮੰਨਿਆ ਜਾਊ? ਫਿਰ ਨਹੀਂ ਜੀ, ਬਿਲਕੁਲ ਨਹੀਂ ਮੰਨਿਆ ਜਾਂਦਾ। ਮੈਂ ਤਾਂ ਇੱਕੋ ਹੀ ਸੁਝਾਅ ਦਊਂਗਾ, ਕਿਉਂਕਿ ਹੁਣ ਪੱਤਰਕਾਰੀ ਲਗਭਗ ਮੈਨੂੰ 20 ਸਾਲ ਹੋ ਚੁੱਕੇ ਨੇ ਕਰਦੇ ਨੂੰ, ਮੈਂ ਛੱਡ ਵੀ ਨਹੀਂ ਸਕਦਾ, ਠੀਕ ਆ ਜੀ, ਕਿਉਂਕਿ ਮੇਰੇ ਲਿੰਕ ਵੀ ਉਦਾਂ ਦੇ ਬਣ ਚੁੱਕੇ ਨੇ, ਅੱਧੀ ਉਮਰ ਮੈਂ ਆਪਦੀ ਹੰਢਾ ਚੁੱਕਿਆ, ਛੱਡੂੰਗਾ ਤਾਂ ਮੈਂ ਵੈਸੇ ਵੀ ਖਾਤਮ ਆ। ਪਰ ਪੱਤਰਕਾਰੀ ਸੇਫ ਨਹੀਂ ਹੈਗੀ, ਪੱਤਰਕਾਰੀ ਕਦੇ ਵੀ ਸੇਫ ਨਹੀਂ ਹੋ ਸਕਦੀ। ਤਾਂ ਸੇਫ ਨਹੀਂ ਹੋ ਸਕਦੀ ਜੀ ਕਿਉਂਕਿ ਜਦ ਤੱਕ ਇਦਾਂ ਦੀ ਗੁੰਡਾਗਰਦੀ ਦੇ ਸੋਚ ਰੱਖਣ ਵਾਲੇ ਵਿਧਾਇਕ ਸਾਡੇ ਸਿਰ ਤੇ ਬੈਠੇ ਰਹਿਣਗੇ, ਅਸੀਂ ਉਹਨਾਂ ਨੂੰ ਚੁਣਦੇ ਰਵਾਂਗੇ, ਅਸੀਂ ਕਦੇ ਸੇਫ ਨਹੀਂ ਹੋ ਸਕਦੇ। ਆਖਰੀ ਇਹ ਗੱਲ ਜ਼ਰੂਰ ਦੱਸ ਦਿਓ ਫਿਰ, ਜਿਹੜੇ ਸਰਕਾਰ ਨਾਲ ਹੱਥ ਮਿਲਾ ਕੇ ਪ੍ਰੋਪਰ ਐਡਾਂ ਲੈ ਕੇ ਜਾਂ ਫਿਰ ਕਹਿ ਲਈਏ ਵੀ ਸਿਰਫ ਚਾਹ ਦੀ ਸਾਂਝ ਰੱਖਣ ਕਰਕੇ ਉਹਨਾਂ ਦੇ ਹੱਕ 'ਚ ਭੁਗਤੀ ਜਾਂਦੇ ਨੇ ਸਰਕਾਰਾਂ ਦੇ, ਕੀ ਉਹ ਲੋਕਾਂ ਨੂੰ ਸੱਚ ਦਿਖਾ ਪਾਉਣਗੇ? ਕੀ ਉਹ ਲੋਕਾਂ ਨੂੰ ਇਹ ਗੱਲ ਦੱਸ ਪਾਉਣਗੇ ਕਿ ਭਾਈ ਐਂ ਵੀ ਧੱਕਾ ਹੋ ਜਾਂਦਾ ਕਈ ਵਾਰੀ ਲੋਕਾਂ ਦੇ ਨਾਲ, ਪੱਤਰਕਾਰਾਂ ਦੇ ਆਪ ਹੀ ਨਾਲ? ਨਹੀਂ ਜੀ, ਇਹ ਕਦੇ ਨਹੀਂ ਹੋ ਸਕਦਾ ਹੈਗਾ। ਇਹ ਤਾਂ ਸਾਨੂੰ ਜਿਹੜੇ ਗਿਣਤੀ ਦੇ ਬੰਦੇ, ਬਹੁਤ ਪੱਤਰਕਾਰ ਹੈਗੇ ਨੇ, ਮੈਂ ਚਲੋ ਇੱਕ ਗੱਲ ਕਹਾਂਗਾ, ਬਹੁਤ ਪੱਤਰਕਾਰ ਹੈਗੇ ਨੇ ਜਿਹੜੇ ਇਸ ਚੀਜ਼ ਨੂੰ, ਆਵਾਮ ਦੀ ਆਵਾਜ਼ ਨੂੰ ਬੁਲੰਦ ਕਰਦੇ ਨੇ, ਪਰ ਉਹਨਾਂ ਨੂੰ ਹੀ ਖਾਮੋਸ਼ ਕਰ ਦਿੱਤਾ ਜਾਂਦਾ ਹੈ। ਜਿਸ ਤਰ੍ਹਾਂ ਅੱਜ ਮੈਨੂੰ ਖਾਮੋਸ਼ ਕਰਨ ਦੀ ਇਹਨਾਂ ਨੇ ਇੱਕ ਗੇਮ ਖੇਡੀ ਸੀਗੀ, ਚਲੋ ਉਹ ਤਾਂ ਕਰਮ ਮੇਰੇ ਕੁਦਰਤ ਨੇ ਸਾਥ ਦਿੱਤਾ, ਮੈਂ ਬਚਤ ਹੋ ਗਈ, ਮੈਂ ਬਚ ਗਿਆ, ਠੀਕ ਹੈ ਜੀ। ਪਰ ਅੱਗੇ ਪੱਤਰਕਾਰੀ ਸੇਫ ਨਹੀਂ ਹੈਗੀ। ਆਪਦੇ ਆਪ ਨੂੰ ਬਚਾਉਣਾ ਵਾ ਤਾਂ ਸਾਨੂੰ ਪੱਤਰਕਾਰੀ ਛੱਡਣੀ ਪੈਣੀ ਆ, ਲੋਕਾਂ ਨੂੰ ਲੋਕਾਂ ਤੇ ਛੱਡਣਾ ਪੈਣਾ ਵੀ ਯਾਰ ਜਿਉਂ ਮਰੋ ਸਾਨੂੰ ਕੋਈ ਫਰਕ ਨਹੀਂ। ਫਿਰ ਤਾਂ ਇਹ ਗੱਲ ਰੱਖਣੀ ਪੈਣੀ ਹੈ। ਅੰਤ 'ਚ ਕੁਝ ਸ਼ਬਦਾਂ 'ਚ ਦੱਸ ਦਿਓ ਤੁਸੀਂ ਕਿਹੋ ਜੀ ਕਾਰਵਾਈ ਚਾਹੁੰਦੇ ਹੋ? ਮੈਂ ਤਾਂ ਪੁਲਿਸ ਪ੍ਰਸ਼ਾਸਨ ਤੋਂ ਇੱਕ ਅਪੀਲ ਕਰਦਾ ਕਿ ਦੋਸ਼ੀਆਂ ਤੇ ਬਣਦੀ, ਮੇਰੇ ਬਿਆਨਾਂ ਦੇ ਆਧਾਰ ਤੇ ਦੋਸ਼ੀਆਂ ਤੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇ ਤੇ ਮੈਨੂੰ ਇਨਸਾਫ ਦਿੱਤਾ ਜਾਵੇ, ਤਾਂ ਕਿ ਅਸੀਂ ਅੱਗੇ ਵੀ ਪੱਤਰਕਾਰੀ ਤੇ ਪੱਤਰਕਾਰਤਾ ਨੂੰ